ਹੰਕਾਰੀ ਰਵੱਈਆ ਜਿਹੜਾ ਮੋਦੀ ਸਾਹਿਬ ਦਾ ਉਹਦੇ ਕਰਕੇ ਅੱਜ ਸਾਰੇ ਦੇਸ਼ ਦਾ ਕਿਸਾਨ ਦੁਖੀ ਹੈ, ਸੜਕਾਂ ਤੇ ਹੈ। 6 ਸਾਲਾਂ 'ਚ ਗਵਰਨੈਂਸ ਦੇ ਨਾਂ ਤੇ ਮੋਦੀ ਸਾਹਿਬ ਨੇ ਇੱਕ ਸਿੰਗਲ ਕੰਮ ਨਹੀਂ ਕੀਤਾ। ਸਿਰਫ ਤੇ ਸਿਰਫ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਆ। ਹੁਣ ਵੀ ਉਹਨਾਂ ਦੀ ਇਹ ਕੋਸ਼ਿਸ਼ ਹੈ ਵੀ ਇੱਥੇ ਦੰਗੇ ਕਰਾਏ ਜਾਣ। ਅਸੀਂ ਤਾਂ ਬੇਨਤੀ ਕਰਦੇ ਜਿਨ੍ਹਾਂ ਦੇ ਚਰਨਾਂ 'ਚ ਜਥੇਬੰਦੀਆਂ ਦੇ ਵੀ ਰੱਬ ਦਾ ਵਾਸਤਾ ਤੁਸੀਂ ਇਹਨਾਂ ਨੂੰ ਸੰਘਰਸ਼ ਨੂੰ ਕਾਮਯਾਬ ਕਰਨਾ, ਨਾ ਕਿ ਫੇਲ ਕਰਨਾ। ਤੇ ਇਹਦਾ ਅੰਤ ਆ ਗਿਆ ਜੀ ਸਰਕਾਰ ਦਾ। ਬਸ ਹੁਣ ਤਾਂ ਬੇੜਾ ਗਰਕ ਹੋਊਗਾ ਜੀ ਮੋਦੀ ਦਾ, ਬਸ ਹੋਰ ਕੁਝ ਨਹੀਂ ਹੋਊਗਾ। ਅੱਜ ਫਿਰ ਆਪਣੇ ਪੈਰਾਂ ਤੇ ਖੜੇ ਹੋਣ ਲਈ ਇਹ ਅੰਦੋਲਨ ਪੂਰਾ ਤਤਪਰਿਆ ਤੇ ਪੰਜਾਬ, ਹਰਿਆਣਾ ਤੇ ਦੇਸ਼ ਭਰ ਤੋਂ ਲੋਕ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਟਰੈਕਟਰ ਟਰਾਲੀਆਂ ਦੇ ਵਿੱਚ, ਖਾਸ ਕਰਕੇ ਜੇ 26 ਤਰੀਕ ਦੇ ਘਟਨਾਕ੍ਰਮ ਤੋਂ ਬਾਅਦ ਦੇਖਿਆ ਜਾਵੇ ਤਾਂ ਹਰਿਆਣੇ ਨੇ ਜਿੰਨਾ ਪਿਛਲੇ 3-4 ਦਿਨ ਦੇ ਵਿੱਚ ਹੰਭਲਾ ਮਾਰਿਆ, ਖਾਸ ਕਰਕੇ ਹਰਿਆਣੇ ਦੇ ਵਿੱਚੋਂ ਬੀਬੀਆਂ ਦੀ ਜਿਸ ਤਰ੍ਹਾਂ 2 ਦਿਨ 'ਚ ਪਿਛਲੇ ਆਮਦ ਹੋਈ ਆ, ਉਹ ਆਮਦ ਨੇ ਇਸ ਅੰਦੋਲਨ ਨੂੰ ਫਿਰ ਦੁਬਾਰਾ ਮੁੜ ਕੇ ਸਰਜੀਤ ਹੀ ਨਹੀਂ ਕੀਤਾ, ਬਲਕਿ ਕਹਿ ਸਕਦੇ ਹਾਂ ਕਿ ਪਹਿਲਾਂ ਵਾਲੇ ਦੌਰ ਦੇ ਵਿੱਚ ਲਿਆਣ ਕੇ ਅੰਦੋਲਨ ਨੂੰ ਇਸ ਵੇਲੇ ਖੜਾ ਕਰ ਦਿੱਤਾ ਆ। ਸਾਡੇ ਨਾਲ ਜੁੜ ਚੁੱਕੇ ਆ ਬੀਜੇਪੀ ਦੇ ਜਨਰਲ ਸਕੱਤਰ ਜਿਹੜੇ ਮਾਲਵਿੰਦਰ ਸਿੰਘ ਕੰਗ, ਕਿਉਂਕਿ 2 ਮਹੀਨੇ ਪਹਿਲਾਂ ਉਹ ਜਿਹੜਾ ਅਹੁਦਾ ਦੱਸਿਆ ਗਿਆ ਉੱਤੇ ਬਰਕਰਾਰ ਸੀ। ਉਹਨਾਂ ਨੇ ਕਿਉਂ ਬੀਜੇਪੀ ਦੇ ਜਨਰਲ ਸਕੱਤਰ ਤੋਂ ਅਹੁਦਾ ਦੇ ਕੇ ਕਿਸਾਨਾਂ ਦੇ ਨਾਲ ਖੜੇ ਹੋਣਾ ਆਪਣੇ ਆਪ ਨੂੰ ਪਸੰਦ ਕੀਤਾ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਮਨ ਦੇ ਬਲਬਲੇ ਪਤਾ ਕਰਦੇ ਹਾਂ। ਮਾਲਵਿੰਦਰ ਸਿੰਘ ਕੰਗ ਜੀ, ਬਹੁਤ ਬਹੁਤ ਜੀ ਆਇਆਂ। ਧੰਨਵਾਦ ਭਾਈ ਸਾਹਿਬ, ਧੰਨਵਾਦ, ਸ਼ੁਕਰੀਆ। ਕੰਗ ਸਾਹਿਬ, ਤੁਸੀਂ ਜਨਰਲ ਸਕੱਤਰ ਦਾ ਅਹੁਦਾ ਕਿਸੇ ਪਾਰਟੀ ਦੇ ਵਿੱਚ ਹੋਣਾ ਬਹੁਤ ਵੱਡੀ ਗੱਲ ਮੰਨਿਆ ਜਾਂਦਾ। ਉਹ ਮਨ ਦੇ ਕਿਹੜੇ ਬਲਬਲੇ ਸੀ ਕਿ ਤੁਸੀਂ ਜਿਹੜਾ ਇਹ ਜਨਰਲ ਸਕੱਤਰ ਬੀਜੇਪੀ ਤੋਂ ਅਸਤੀਫਾ ਦੇ ਕੇ ਤੁਸੀਂ ਕਿਸਾਨੀ ਅੰਦੋਲਨ ਵਿੱਚ ਜਾਂ ਕਿਸਾਨਾਂ ਦੇ ਹੱਕ ਵਿੱਚ ਡਟ ਗਏ? ਵੇਖੋ ਜੀ, ਜਦੋਂ ਤੋਂ ਇਹ ਆਰਡੀਨੈਂਸ ਆਏ ਆ ਔਰ ਬਾਅਦ 'ਚ ਕਾਨੂੰਨ ਬਣੇ ਆ, ਤਕਰੀਬਨ ਜੂਨ ਦੇ ਮਹੀਨੇ ਤੋਂ ਹੀ ਮੈਂ ਪਾਰਟੀ ਦੇ ਇੰਟਰਨਲ ਪਲੇਟਫਾਰਮ ਤੇ ਇਹਨਾਂ ਦੇ ਵਿਰੋਧ ਸੀਗਾ। ਔਰ ਸੁਭਾਵਿਕ ਤੌਰ ਤੇ ਅਸੀਂ ਕਿਸਾਨੀ ਪਰਿਵਾਰਾਂ ਤੋਂ ਆਉਂਦੇ ਆ ਔਰ ਸਾਡੀ ਜਿਹੜੀ ਪ੍ਰਾਇੋਰਟੀ ਉਹ ਫਾਰਮਿੰਗ ਹੈ ਔਰ ਕਿਸਾਨੀ ਨੂੰ ਅਸੀਂ ਸਮਝਦੇ ਆ। ਸਾਡੇ ਪਿਓ ਦਾਦੇ ਵੀ ਖੇਤੀ ਕਰਦੇ ਰਹੇ ਆ। ਅਕਤੂਬਰ ਦੇ ਮਹੀਨੇ 'ਚ ਜਦੋਂ ਮੋਦੀ ਸਾਹਿਬ ਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ 'ਚ ਬੁਲਾ ਕੇ ਔਰ ਉਹਨਾਂ ਨਾਲ ਕਿਸੇ ਵੀ ਮੰਤਰੀ ਨੇ ਗੱਲ ਨਹੀਂ ਕੀਤੀ, ਅੰਡਰ ਸੈਕਟਰੀ ਲੈਵਲ ਦੇ ਬੰਦਿਆਂ ਨੂੰ ਬਿਠਾਤਾ ਉਹਨਾਂ ਦੇ ਸਾਹਮਣੇ। ਔਰ ਉਸ ਤੋਂ ਬਾਅਦ ਮੈਂ ਤੈਅ ਕਰ ਲਿਆ ਵੀ ਹੁਣ ਇਸ ਜਿਹੜੀ ਸਰਕਾਰ ਹੈ, ਜਿਹੜੀ ਹੰਕਾਰੀ ਸਰਕਾਰ ਹੈ, ਔਰ ਇਸ ਪਾਰਟੀ 'ਚ ਰਹਿਣ ਦਾ ਕੋਈ ਫਾਇਦਾ ਨਹੀਂ ਔਰ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਕਿਸਾਨਾਂ ਨਾਲ ਖੜੀਏ। ਔਰ ਪਿਛਲੇ 2 ਮਹੀਨਿਆਂ ਤੋਂ ਅਸੀਂ ਲਗਾਤਾਰ ਇਸ ਸੰਘਰਸ਼ ਦਾ ਹਿੱਸਾ ਹਾਂ। ਕਹਿ ਸਕਦੇ ਹਾਂ ਕਿ ਤੁਸੀਂ ਇਸ ਪਾਰਟੀ ਦੇ ਵਿੱਚ ਇਸ ਵੇਲੇ ਸਾਬਕਾ ਅਹੁਦੇਦਾਰ ਸੀ, ਪਰ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਘਟਨਾਕ੍ਰਮ ਵਰਤੇ ਆ, ਜਿਸ ਤਰ੍ਹਾਂ ਦਿੱਲੀ ਪੁਲਿਸ ਨੇ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਧੂ ਕੇ ਕੁੱਟਣਾ ਮਾਰਨਾ ਸ਼ੁਰੂ ਕੀਤਾ, ਕੇਸ ਦਰਜ ਕਰਨੇ ਸ਼ੁਰੂ ਕੀਤੇ ਆ, ਇਸ ਘਟਨਾਕ੍ਰਮ ਨੂੰ ਹੁਣ ਤੁਸੀਂ ਕਿੱਦਾਂ ਦੇਖਦੇ? ਦੇਖੋ ਜੀ, ਪਹਿਲੇ ਦਿਨ ਤੋਂ ਹੀ ਮੋਦੀ ਸਾਹਿਬ ਦੀ ਸਰਕਾਰ ਇਸ ਸਾਰੇ ਅੰਦੋਲਨ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਤਵਾਦੀ, ਪਾਕਿਸਤਾਨੀ, ਮਾਓਵਾਦੀ, ਹਰੇਕ ਤਰ੍ਹਾਂ ਦਾ ਇਹਨਾਂ ਨੇ ਉਹਨਾਂ ਤੇ ਟੈਗ ਲਾਉਣ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਸਭ ਤੋਂ ਵੱਡਾ ਜਿਹੜਾ ਹੱਥ ਸੀ ਗੋਦੀ ਮੀਡੀਆ, ਜਿਹੜਾ ਬੀਜੇਪੀ ਦਾ ਗੋਦੀ ਮੀਡੀਆ ਹੈ, ਉਹ ਬੀਜੇਪੀ ਦਾ IT ਸੈੱਲ, ਉਹਦਾ ਬਹੁਤ ਵੱਡਾ ਇਹਦੇ 'ਚ ਹਿੱਸਾ ਰਿਹਾ। ਲੇਕਿਨ ਲਗਾਤਾਰ ਇਹ ਅੰਦੋਲਨ ਜਿਹੜਾ ਹੈ ਜਿਹਦੇ 'ਚ ਲੋਕਾਂ ਦੀ ਸ਼ਮੂਲੀਅਤ ਵੱਧਦੀ ਗਈ, ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ, UP, ਰਾਜਸਥਾਨ ਔਰ ਬਾਕੀ ਦੇ ਸੂਬਿਆਂ 'ਚ ਫੈਲ ਗਿਆ। ਅੱਜ ਹਾਲਾਤ ਇਹ ਬਣ ਗਏ ਆ ਵੀ ਮੋਦੀ ਸਰਕਾਰ ਪੂਰੀ ਤਰ੍ਹਾਂ ਬੈਕਫੁੱਟ ਤੇ ਆ। ਦਿੱਲੀ ਦਾ ਜਿਹੜਾ ਘਟਨਾਕ੍ਰਮ ਹੋਇਆ 26 ਜਨਵਰੀ ਦਾ, ਉਹ ਵੀ ਉਸੇ ਹੀ ਡੀਫੇਮ ਦੀ ਕੋਸ਼ਿਸ਼ ਦਾ ਇੱਕ ਹਿੱਸਾ ਸੀ, ਕਿਉਂਕਿ ਮੋਦੀ ਸਰਕਾਰ ਇਹ ਚਾਹੁੰਦੀ ਸੀ ਵੀ ਜਿਹੜਾ ਸਾਰੀ ਦੁਨੀਆ ਦਾ ਮੀਡੀਆ ਉਸ ਦਿਨ ਜਿਹਦੇ 'ਚ ਸੈਂਟਰ ਸਟੇਜ ਕਿਸਾਨਾਂ ਦੀ ਪਰੇਡ ਬਣਨੀ ਸੀ, ਔਰ ਤੋਂ ਹਟ ਕੇ ਕੋਈ ਇੰਟੈਂਸ਼ਨ ਜਿਹੜੀ ਬਣੇ ਔਰ ਬੀਜੇਪੀ ਦੇ ਹੀ ਬਣਾਈ ਹੋਈ ਸਕ੍ਰਿਪਟ ਦੇ ਅੰਦਰ ਕੁਝ ਲੋਕਾਂ ਨੇ ਉਹ ਹਰਕਤ ਕੀਤੀ ਔਰ ਉਹਨੂੰ ਗੋਦੀ ਮੀਡੀਆ ਨੇ ਬਹੁਤ, ਮਤਲਬ ਜਿਹਨੂੰ ਕਹਿ ਲਓ ਵੀ ਇੱਕਦਮ ਇਸ ਤਰੀਕੇ ਨਾਲ ਪ੍ਰਚਾਰਿਆ ਵੀ ਐਂਟੀ ਨੈਸ਼ਨਲ ਲੋਕ ਆ ਗਏ। ਹਾਲਾਂਕਿ ਘਟਨਾ ਕੋਈ ਬਹੁਤ ਵੱਡੀ ਨਹੀਂ ਸੀ। ਨਿਸ਼ਾਨ ਸਾਹਿਬ ਦਾ ਜਿਹੜਾ ਝੰਡਾ ਉਹ ਪਹਿਲਾਂ ਵੀ ਨਹੀਂ ਲਾਲ ਕਿਲ੍ਹਾ ਸਾਹਿਬ ਤੇ ਲਾਲ ਕਿਲ੍ਹੇ ਤੇ ਝੂਲਦਾ ਰਿਹਾ। ਭਾਰਤ ਦੀ ਫੌਜ ਵੀ ਜਿਹੜਾ ਨਿਸ਼ਾਨ ਸਾਹਿਬ ਦਾ ਝੰਡਾ ਝੂਲਦਾ ਉੱਥੇ ਵੀ। ਲੇਕਿਨ ਗੋਦੀ ਮੀਡੀਆ ਔਰ ਬੀਜੇਪੀ ਦੇ IT ਸੈੱਲ ਨੇ ਪਿਕਚਰ ਇਹ ਪੇਸ਼ ਕੀਤੀ ਵੀ ਇਹ ਜਿਹੜੇ ਲੋਕ ਹੈ ਐਂਟੀ, ਜਿਹੜੇ ਨੈਸ਼ਨਲ ਹੈ ਔਰ ਉਹਨਾਂ ਦੀ ਕੋਸ਼ਿਸ਼ ਪਹਿਲਾਂ ਤੋਂ ਹੀ ਸੀ। ਔਰ ਇਹ ਜਿਹੜਾ ਸਾਰਾ ਲੇਕਿਨ ਕਿਸਾਨਾਂ ਨੇ ਜਿਸ ਤਰੀਕੇ ਨਾਲ ਉਹਦਾ ਵੀ ਮੂੰਹ ਤੋੜ ਜਵਾਬ ਦਿੱਤਾ ਔਰ ਬੀਜੇਪੀ ਦੀ ਇੱਕ ਹੋਰ ਨਾਕਾਮ ਰਹੀ ਕੋਸ਼ਿਸ਼। ਉਸ ਤੋਂ ਬਾਅਦ ਬੀਜੇਪੀ ਨੇ ਆਪਣੇ ਗੁੰਡੇ ਸਿੰਘੂ ਬਾਰਡਰ ਤੇ ਭੇਜੇ ਔਰ ਉਹ ਗੁੰਡਿਆਂ ਨੇ ਸ਼ਾਂਤਮਈ ਅੰਦੋਲਨ 'ਚ ਕਿਸਾਨਾਂ ਤੇ ਪੱਥਰ ਮਾਰੇ। ਉਹ ਵੀ ਚਾਲ ਉਹਨਾਂ ਦੀ ਫੇਲ ਰਹੀ। ਇਸ ਕਰਕੇ ਭਾਰਤੀ ਜਨਤਾ ਪਾਰਟੀ ਔਰ ਮੋਦੀ ਸਾਹਿਬ ਦੀ ਸਰਕਾਰ ਪਹਿਲੇ ਦਿਨ ਤੋਂ ਕਰਨਾ ਉਹਨਾਂ ਨੂੰ ਇਹ ਚਾਹੀਦਾ ਸੀ, ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਕਾਲੇ ਕਾਨੂੰਨ ਇਮੀਡੀਏਟਲੀ ਵਾਪਸ ਲੈਣੇ ਚਾਹੀਦੇ ਆ। ਲੇਕਿਨ ਹੰਕਾਰੀ ਰਵੱਈਆ ਜਿਹੜਾ ਮੋਦੀ ਸਾਹਿਬ ਦਾ, ਉਹਦੇ ਕਰਕੇ ਅੱਜ ਸਾਰੇ ਦੇਸ਼ ਦਾ ਕਿਸਾਨ ਦੁਖੀ ਹੈ, ਸੜਕਾਂ ਤੇ ਹੈ। ਕੰਗ ਸਾਹਿਬ, ਤੁਸੀਂ ਪਾਰਟੀ ਦੇ ਇੰਟਰਨਲ ਗਤੀਵਿਧੀਆਂ ਨੂੰ ਸਭ ਚੰਗੀ ਤਰ੍ਹਾਂ ਜਾਣਦੇ ਆ।
ਮੰਨ ਵੀ ਚੁੱਕੇ ਆ ਮੰਤਰੀ ਕਿ ਇਸ ਕਾਨੂੰਨਾਂ ਦੇ ਵਿੱਚ ਬਹੁਤ ਖਾਮੀਆਂ ਰਹਿ ਗਈਆਂ, ਤੁਸੀਂ ਸੋਧਾਂ ਕਰਾ ਲਓ। ਹੁਣ ਤਾਂ 3 ਸਾਲ ਦੇ ਜਾਂ 2 ਸਾਲ ਦੇ ਉਹਨੂੰ ਵਕਫੇ ਦੇ ਲਈ ਸਸਪੈਂਡ ਕਰਨ ਲਈ, ਸਟੇ ਕਰਨ ਲਈ ਜਾਂ ਲਾਗੂ ਨਾ ਕਰਨ ਲਈ ਵੀ ਮੰਨਣ ਨੂੰ ਤਿਆਰ ਆ। ਪਰ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਦੇਖਦੇ ਕਿ ਬੀਜੇਪੀ ਰੱਦ ਕਰਨ ਵਾਲੇ ਮੁੱਦੇ ਵੱਲੋਂ ਜਿਹੜੀ ਨਹੀਂ ਆ ਰਹੀ, ਇਹ ਅੰਦਰਲੀ ਕੀ ਉਹਨਾਂ ਦੀ ਕਮਜ਼ੋਰੀ ਆ ਜਾਂ ਉਹਨਾਂ ਦੀ ਕੋਈ ਹੈਂਕੜਬਾਜ਼ੀ ਆ, ਕੀ ਵਿਚਲੀ ਗੱਲ ਕੀ ਆ? ਦੇਖੋ ਜੀ, ਬੀਜੇਪੀ ਦਾ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਗਈ ਆ ਬੀਜੇਪੀ ਦੇ ਆਈਟੀ ਸੈੱਲ ਨੇ ਮੋਦੀ ਸਾਹਿਬ ਦੀ ਪਹਿਚਾਣ ਦੀ। ਆਰਟੀਕਲ 370 ਹਟਾਇਆ, ਸਿਟੀਜ਼ਨ ਅਮੈਂਡਮੈਂਟ ਜਿਹੜਾ ਬਿੱਲ ਆਇਆ ਜਾਂ ਹੋਰ ਐਨਆਰਸੀ ਆਇਆ, ਉਹ ਸਾਰੇ ਤੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਮੋਦੀ ਸਾਹਿਬ ਦਾ ਜਿਹੜਾ ਰਵੱਈਆ ਸੀ ਉਹ ਜਿਹੜਾ ਨਾ ਪੱਖੀ ਰਿਹਾ, ਲੇਕਿਨ ਨੈਰੇਟਿਵ ਸੈੱਟ ਕਰਤਾ ਸੋਸ਼ਲ ਮੀਡੀਆ ਔਰ ਗੋਦੀ ਮੀਡੀਆ ਨੇ, ਜਿਸ ਕਰਕੇ ਉਸੇ ਹੀ ਭੁਲੇਖੇ 'ਚ ਬੀਜੇਪੀ ਦੀ ਜਿਹੜੀ ਹੁਣ ਮੌਜੂਦਾ ਲੀਡਰਸ਼ਿਪ ਹੈ ਉਹ ਚਾਹੁੰਦੀ ਨਹੀਂ ਆ ਵੀ ਮੋਦੀ ਦੀ ਉਹ ਇਮੇਜ ਟੁੱਟੇ। ਹਾਲਾਂਕਿ ਲੋਕਾਂ ਦੇ ਮਨਾਂ 'ਚੋਂ ਟੁੱਟ ਚੁੱਕੀ ਹੈ। ਅੱਜ ਦਾ ਮੈਂ ਤੁਹਾਨੂੰ ਇਨਸੀਡੈਂਟ ਦਿਖਾ ਰਿਹਾ। ਆਪਾਂ ਹੁਣ ਸਿੰਘੂ ਬਾਰਡਰ ਤੇ ਅੱਜ ਬੈਠੇ 1 ਤਰੀਕ ਨੂੰ। ਅੱਜ ਸਿੰਘੂ ਬਾਰਡਰ ਦੇ ਪਿੱਛੇ ਫੈਂਸਿੰਗ ਇਸ ਤਰੀਕੇ ਨਾਲ ਲਗਾਈ ਜਾ ਰਹੀ ਹੈ ਜਿਸ ਤਰ੍ਹਾਂ ਇੰਡੀਆ ਔਰ ਪਾਕਿਸਤਾਨ ਦੇ ਬਾਰਡਰ ਨੂੰ ਸੀਲ ਕੀਤਾ ਜਾਂਦਾ। ਕਿਆ ਦੇਸ਼ ਦੇ ਆਪਣੇ ਨਾਗਰਿਕਾਂ ਨੂੰ, ਕਿਆ ਦੇਸ਼ ਦੇ ਦੇਸ਼ ਪ੍ਰੇਮੀ ਪੰਜਾਬ ਹਰਿਆਣੇ ਦੇ ਸਭ ਤੋਂ ਵੱਧ ਜਵਾਨ ਜਿਹੜੇ ਆ ਉਹ ਬਾਰਡਰਾਂ ਤੇ ਸ਼ਹੀਦ ਹੁੰਦੇ ਆ। ਪੰਜਾਬ ਔਰ ਹਰਿਆਣਾ ਨੇ ਹੀ ਇਸ ਦੇਸ਼ ਦੇ ਅਨਾਜ ਭੰਡਾਰ ਭਰੇ ਆ। ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਫੀਲਿੰਗ ਕਰਵਾਈ ਜਾ ਰਹੀ ਆ ਕਿ ਤੁਸੀਂ ਸਾਡੇ ਮੁਲਕ ਤੋਂ ਵੱਖ ਹੋ। ਇਹ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜਾ ਉਹਨਾਂ ਦਾ ਅਸਲੀ ਰੂਪ ਹੈ ਕਿ ਲੋਕਾਂ 'ਚ ਡਿਵਾਈਡ ਕਰੋ, ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡੋ, ਲੋਕਾਂ ਨੂੰ ਜਾਤਾਂ ਦੇ ਨਾਂ ਤੇ ਵੰਡੋ, ਲੋਕਾਂ ਨੂੰ ਸਟੇਟਾਂ ਦੇ ਨਾਂ ਤੇ ਵੰਡੋ। ਉਹ ਸਾਰੀਆਂ ਕਾਰਗੁਜ਼ਾਰੀਆਂ, ਲੇਕਿਨ ਤੁਹਾਡੇ ਵਰਗੇ ਬਹੁਤ ਸਾਰੇ ਮੀਡੀਆ ਦੇ ਹਿੱਸੇ ਆ ਜਿਹੜੇ ਰੀਜਨਲ ਮੀਡੀਆ ਦੇ, ਉਹਨਾਂ ਨੇ ਬੀਜੇਪੀ ਦੀ ਹਰੇਕ ਜਿਹੜੀ ਨਾਕਾਮ ਕੋਸ਼ਿਸ਼ ਹੈ ਲੋਕਾਂ ਸਾਹਮਣੇ ਉਜਾਗਰ ਕੀਤੀ ਹੈ। ਕੰਗ ਸਾਹਿਬ, ਅੰਦੋਲਨ ਜਿਹੜਾ ਇਸ ਵੇਲੇ ਫੇਰ ਦੁਬਾਰਾ ਸਿਖਰ ਤੇ ਆ ਗਿਆ ਥੋੜੇ ਘਟਨਾਕ੍ਰਮ ਤੋਂ ਬਾਅਦ। ਕਿਸਾਨ ਲੱਗਦਾ ਕਿ ਆਪਣੇ ਹੱਕ ਲੈ ਕੇ ਹੀ ਮੁੜਨਗੇ, ਪਰ ਬੀਜੇਪੀ ਦੇ ਲੀਡਰਾਂ ਵੱਲੋਂ ਹਜੇ ਵੀ ਕਿਹਾ ਜਾ ਰਿਹਾ ਕਿ 2022 'ਚ ਅਸੀਂ ਪੰਜਾਬ 'ਚ ਆਪਣੀ ਸਰਕਾਰ ਬਣਾਵਾਂਗੇ। ਅਸੀਂ ਤੁਹਾਡੇ ਤੋਂ ਇਸ ਗੱਲ ਦਾ ਕੋਈ ਵਾਅਦਾ ਜਾਂ ਤੁਹਾਡੇ ਕੋਲੋਂ ਕੀ ਇਸ ਗੱਲ ਦੀ ਟਿੱਪਣੀ ਲੈਣੀ ਚਾਹਾਂਗੇ ਵੀ ਜੇ ਬੀਜੇਪੀ ਪੰਜਾਬ 'ਚ 2022 'ਚ ਸਰਕਾਰ ਬਣਾਉਂਦੀ ਉਹਨਾਂ ਦੇ ਮੁਤਾਬਕ, ਲੱਗਦਾ ਤਾਂ ਨਹੀਂ ਕੁਝ ਵੀ, ਤੇ ਤੁਸੀਂ ਉਹ ਸਰਕਾਰ ਦਾ ਕੋਈ ਦੁਬਾਰਾ ਹਿੱਸਾ ਤਾਂ ਨਹੀਂ ਬਣੋਗੇ? ਪਹਿਲਾਂ ਤੇ ਬੀਜੇਪੀ ਇਸ ਟਾਈਮ ਚਾਹ ਰਹੀ ਆ ਵੀ ਦੰਗੇ ਕਰਵਾਏ ਜਾਣ, ਕੌਮੀ ਦੰਗੇ ਧਰਮ ਦੇ ਆਧਾਰ ਤੇ। ਉਹਦੇ ਲਈ ਕੋਸ਼ਿਸ਼ ਕਰ ਰਿਹਾ 26 ਤਰੀਕ ਤੋਂ ਬਾਅਦ ਲਗਾਤਾਰ। ਜਿਸ ਤਰੀਕੇ ਨਾਲ ਬੀਜੇਪੀ ਦੇ ਗੁੰਡੇ ਆ ਕੇ, ਬੀਜੇਪੀ ਦੇ ਪਦਾਧਿਕਾਰੀ ਆ ਕੇ ਐਕਸਪੋਜ਼ ਹੋ ਗਿਆ, ਜਿਸ ਤਰੀਕੇ ਨਾਲ ਮੀਡੀਆ ਦੇ ਮਨਦੀਪ ਪੂਨੀਆ ਵਰਗੇ ਜਿਹੜੇ ਪੱਤਰਕਾਰਾਂ ਨੂੰ ਇਲੀਗਲ ਉਹਨਾਂ ਨੂੰ ਜਿਹੜਾ ਜੇਲ੍ਹਾਂ 'ਚ ਬੰਦ ਕੀਤਾ ਗਿਆ, ਉਹ ਉਹਨਾਂ ਦੀ ਨਾਕਾਮ ਕੋਸ਼ਿਸ਼ ਹੈ। ਪੰਜਾਬ ਦੀ ਸਰਕਾਰ ਤੇ ਛੱਡੋ, ਜਿਹੜੀਆਂ ਕਮੇਟੀਆਂ ਦੇ ਇਲੈਕਸ਼ਨ ਹੈ ਇਹ 'ਚ ਬੀਜੇਪੀ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ। ਸਰਕਾਰ ਬਣਾਉਣੀ ਬਹੁਤ ਵੱਡੀ ਗੱਲ ਹੈ, ਲੇਕਿਨ ਹੁਣ ਦੇਸ਼ ਦਾ ਲੋਕ ਸਮਝ ਗਏ। ਕੱਲ ਮੈਂ ਹਰਿਆਣੇ 'ਚ ਆਪਣੇ ਦੋਸਤਾਂ ਕੋਲ ਸੀ ਪਾਨੀਪਤ, ਲੋਕ ਸਮਝ ਗਿਆ ਵੀ ਬੀਜੇਪੀ ਜਿਹੜੀ ਆ ਲੋਕਾਂ ਨੂੰ ਧਰਮ ਦੇ ਨਾਂ ਤੇ ਡਿਵਾਈਡ ਕਰਦੀ ਆ। ਦੇਸ਼ ਲਈ ਸਭ ਤੋਂ ਮਾੜਾ ਰਾਜਨੀਤਿਕ ਦਲ, ਦੇਸ਼ ਲਈ ਸਭ ਤੋਂ ਖਤਰਨਾਕ ਰਾਜਨੀਤਿਕ ਦਲ ਹੈ ਜਿਹੜਾ ਧਰਮ ਜਾਤ ਦੇ ਆਧਾਰ ਤੇ ਲੋਕਾਂ ਨੂੰ ਡਿਵਾਈਡ ਕਰਦਾ। 6 ਸਾਲਾਂ 'ਚ ਗਵਰਨੈਂਸ ਦੇ ਨਾਂ ਤੇ ਮੋਦੀ ਸਾਹਿਬ ਨੇ ਇੱਕ ਸਿੰਗਲ ਕੰਮ ਨਹੀਂ ਕੀਤਾ, ਸਿਰਫ ਤੇ ਸਿਰਫ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਆ। ਹੁਣ ਵੀ ਉਹਨਾਂ ਦੀ ਇਹ ਕੋਸ਼ਿਸ਼ ਹੈ ਵੀ ਇੱਥੇ ਦੰਗੇ ਕਰਾਏ ਜਾਣ, ਲੇਕਿਨ ਪੰਜਾਬ, ਹਰਿਆਣਾ ਔਰ ਵੈਸਟਰਨ ਯੂਪੀ ਦੇ ਕਿਸਾਨਾਂ ਦੀ ਯੂਨਿਟੀ, ਉਸ ਦੇਸ਼ ਦੇ ਬਾਕੀ ਕਿਸਾਨਾਂ ਦੇ ਸਮਰਥਨ ਨੇ ਉਹਨਾਂ ਦੇ ਸਾਰੇ ਇਰਾਦੇ ਜਿਹੜੇ ਆ ਫੇਲ ਕਰ ਦੇਣੇ ਆ। ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਨੂੰ ਇਸ ਗੱਲਬਾਤ ਦੇ ਵਿੱਚ ਗੱਲਬਾਤ ਕਰਵਾਈ ਜਾ ਰਹੀ ਆ। ਮਾਲਵਿੰਦਰ ਸਿੰਘ ਕੰਗ ਜਿਹੜੇ ਬੀਜੇਪੀ ਦੇ ਸਾਬਕਾ ਜਨਰਲ ਸਕੱਤਰ ਰਹੇ ਆ, ਦਰਸ਼ਕਾਂ ਨਾਲ ਸਾਂਝ ਪਾਉਂਦਿਆਂ ਇਹ ਗੱਲ ਕਰਨੀ ਬਣਦੀ ਆ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਨੈੱਟ ਇੱਥੇ ਆ, ਇੰਟਰਨੈਟ ਸੇਵਾ ਬੰਦ ਆ, ਪਰ ਫਿਰ ਵੀ ਜਿਹੜਾ ਖੇਤਰੀ ਮੀਡੀਆ ਜਾਂ ਪੰਜਾਬ ਦੇ ਨਾਲ ਆਪਣਾ ਹਿੱਤ ਰੱਖਦਾ ਆ, ਪੰਜਾਬ ਦੀ ਕਿਸਾਨੀ ਨਾਲ ਹਿੱਤ ਰੱਖਦਾ ਜੋ ਵੀ ਮੀਡੀਆ ਕਵਰੇਜ ਦੇ ਰਿਹਾ, ਜੋ ਤੁਹਾਨੂੰ ਗਰਾਊਂਡ ਤੋਂ ਦਿਖਾਇਆ ਜਾ ਰਿਹਾ ਕਿ ਇਸ ਵੇਲੇ ਅੰਦੋਲਨ ਪੂਰਾ ਆਪਣੇ ਫਿਰ ਜੋਬਨ ਤੇ ਪੈਰਾਂ ਤੇ ਆ ਚੁੱਕਾ ਤੇ ਲੋਕਾਂ ਨੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਜੇਕਰ ਗਰਾਊਂਡ ਜ਼ੀਰੋ ਤੋਂ ਤੁਸੀਂ ਸੱਚ ਰਿਪੋਰਟਾਂ ਦੇਖਣੀਆਂ ਆ, ਕੁਛੜ ਚੜੇ ਹੋਏ ਮੀਡੀਆ ਨੂੰ ਆਪਾਂ ਥੱਲੇ ਲਾਉਣਾ ਆ, ਤੇ ਜਲਦੀ ਤੋਂ ਜਲਦੀ, ਜਿੰਨੀ ਜਲਦੀ ਹੋ ਸਕਦਾ ਪੰਜਾਬੀ ਨੈਸ਼ਨਲ ਟੀਵੀ ਦਾ ਚੈਨਲ ਸਬਸਕ੍ਰਾਈਬ ਕਰੋ, ਪੇਜ ਲਾਈਕ ਕਰੋ। ਨਾਲ ਹੀ ਗੱਲ ਕਰਦੇ ਹਾਂ ਸਰਦਾਰ ਅਮਰਜੀਤ ਸਿੰਘ ਸੰਧੂ ਸਾਹਿਬ, ਤੁਸੀਂ ਇਸ ਅੰਦੋਲਨ ਦੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਆ। ਤੁਸੀਂ ਪੰਜਾਬ ਵਿੱਚ ਵੀ ਬੜੀਆਂ ਮੱਲਾਂ ਮਾਰੀਆਂ ਇਸ ਅੰਦੋਲਨ ਨੂੰ ਅੱਗੇ ਲਿਜਾਣ ਲਈ। ਆਹ ਘਟਨਾਕ੍ਰਮ ਤੋਂ ਬਾਅਦ ਜਿਸ ਤਰ੍ਹਾਂ ਨੌਜਵਾਨਾਂ ਦੇ ਵਿੱਚ ਇਸ ਵੇਲੇ ਦੁਬਾਰਾ ਉਤਸ਼ਾਹ ਆ, ਤੁਸੀਂ ਪਿੰਡ ਪੱਧਰਾਂ ਤੇ ਆਪਣੇ ਏਰੀਏ ਦੇ ਵਿੱਚੋਂ ਨੌਜਵਾਨਾਂ ਨੂੰ ਇੱਥੇ ਲਿਆਉਣ ਲਈ ਕੀ ਪ੍ਰਬੰਧ ਕਰ ਰਹੇ ਆ? ਮੈਂ ਸਮਝਦਾ ਸਾਡੇ ਗੱਲ ਕਹਿਣ ਦੀ ਲੋੜ ਹੀ ਨਹੀਂ ਆ। ਪਿੰਡਾਂ ਦੇ ਵਿੱਚ ਅੱਜ ਪਿੰਡਾਂ ਦੇ ਲੋਕ ਇੰਨੇ ਅਵੇਅਰ ਆ, ਉਹ ਆਪ ਮਹਾਰੇ ਹੀ ਇੱਧਰ ਨੂੰ ਕੂਚ ਕੀਤਾ ਹੋਇਆ।
ਅੱਜ ਵੀ ਤੁਸੀਂ ਦੇਖੋ ਅਸੀਂ ਪੰਜਾਬ 'ਚ ਦੁਬਾਰਾ ਗੇੜਾ ਮਾਰ ਕੇ ਆਏ ਆ ਤੇ 150-200 ਟਰਾਲੀ ਜਿਹੜੀ ਆ ਉਹ ਪੰਜਾਬ ਤੋਂ ਜਿਹੜੀ ਉਹ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੇ ਲਈ ਆ ਰਹੀ ਆ। ਪਿੰਡ ਦੇ ਵਿੱਚ ਅਨਾਉਂਸਮੈਂਟਸ ਹੋ ਰਹੀਆਂ, ਕੱਲੇ ਘਰ ਦੇ ਇੱਕ ਮੈਂਬਰ ਦੀ ਡਿਊਟੀ ਲੱਗ ਰਹੀ ਆ, ਕਿਉਂਕਿ ਇਹ ਜਿਹੜਾ ਅੰਦੋਲਨ ਆ ਇਹ ਸਾਡੀ ਹੋਂਦ ਦਾ ਮਸਲਾ ਆ ਤੇ ਉਹ ਸਾਰੇ ਹੀ ਜਿਹੜੇ ਲੋਕ ਆ ਉਹ ਤਤਪਰ ਆ। ਤੇ ਜਿੱਥੋਂ ਤੱਕ ਗੱਲ ਆ ਜਿਹੜਾ ਉਹ ਸਾਡੇ 'ਚ ਫਰਕ ਪਾਉਣਾ ਚਾਹੁੰਦੇ ਸੀਗੇ, ਸਟੇਟ ਵਾਈਜ਼ ਸਾਨੂੰ ਵੰਡਣਾ ਚਾਹੁੰਦੇ ਸੀ, ਉਹਦੇ ਵਿੱਚ ਵੀ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕੇ। ਅੱਜ ਜਿਸ ਤਰ੍ਹਾਂ ਇਸ ਸਿੰਘੂ ਬਾਰਡਰ ਦੇ ਉੱਪਰ ਸਾਡੇ ਹਰਿਆਣਾ ਦੇ ਵੀਰਾਂ ਨੇ ਤੇ ਪੰਜਾਬ ਦੇ ਵੀਰਾਂ ਨੇ ਰਲ ਕੇ ਜਿਹੜਾ ਇਹ ਸੰਘਰਸ਼ ਨੂੰ ਫਿਰ ਦੁਬਾਰਾ ਬੁਲੰਦੀਆਂ ਵੱਲ ਲੈ ਕੇ ਗਏ ਆ, ਉਹਦੇ ਨਾਲ ਉਹ ਮੂੰਹ ਭੱਜਾ ਆ ਜਿਹੜਾ ਗੋਦੀ ਮੀਡੀਆ ਉਹਦਾ ਵੀ ਤੇ ਬੀਜੇਪੀ ਦੀ ਜਿਹੜੀ। ਸੰਧੂ ਸਾਹਿਬ, ਆਪਾਂ ਦੇਖਦੇ ਹਾਂ ਕਿ ਹਰਿਆਣਾ ਦਾ ਭਾਈਚਾਰਾ ਜਿਸ ਤਰ੍ਹਾਂ ਇਸ ਅੰਦੋਲਨ ਨਾਲ ਜੁੜਿਆ, ਉਸ ਤੋਂ ਬਾਅਦ ਪਿਛਲੇ 2 ਮਹੀਨੇ ਤੋਂ ਇਹ ਤਸਵੀਰ ਦੇਖਣ ਨੂੰ ਨਹੀਂ ਸੀ ਮਿਲਦੀ, ਪਰ ਕੱਲ ਪਰਸੋਂ ਦੀ ਇੱਕ ਤਸਵੀਰ ਸਾਹਮਣੇ ਆ ਰਹੀ ਆ ਬਈ ਟਕੈਤ ਸਾਹਿਬ ਦੇ ਬਿਆਨ ਤੋਂ ਬਾਅਦ ਹਰਿਆਣੇ ਦੀਆਂ ਮਹਿਲਾਵਾਂ ਨੇ, ਹਰਿਆਣੇ ਦੀਆਂ ਔਰਤਾਂ ਨੇ ਪਿਛਲੇ 2-3 ਦਿਨ ਦੇ ਵਿੱਚ ਜਿੰਨੀ ਇਸ ਅੰਦੋਲਨ ਦੇ ਵਿੱਚ ਪੂਰੀ ਧੱਕ ਪਾਈ ਆ, ਤੁਸੀਂ ਇਸ ਮਹਿਲਾਵਾਂ ਜਿਹੜੀਆਂ ਹਰਿਆਣੇ ਦੀਆਂ, ਅਕਸਰ ਆਪਾਂ ਦੇਖਦੇ ਆ ਕਿ ਉੱਥੇ ਦੀਆਂ ਜਿਹੜੀਆਂ ਰੀਤੀ ਰਿਵਾਜ ਆ ਉਹ ਮਹਿਲਾਵਾਂ ਨੂੰ ਘੱਟ ਨਿਕਲਦੀਆਂ, ਪਰ ਅੰਦੋਲਨ ਦੇ ਵਿੱਚ ਉਹਨਾਂ ਨੇ ਆਪਣਾ ਅੰਦੋਲਨ ਘਰ ਦਾ ਅੰਦੋਲਨ ਸਮਝ ਕੇ 2 ਦਿਨ ਦੇ ਵਿੱਚ ਜਿਹੜੀ ਹਾਜ਼ਰੀ ਭਰੀ, ਉਹਨੂੰ ਕਿੱਦਾਂ ਦੇਖਦੇ? ਦੇਖੋ, ਇਹ ਤਾਂ ਤੁਸੀਂ ਚਾਹੇ ਪੋਲੀਟੀਕਲ ਲਾਈਨ ਦੇ ਵਿੱਚ ਦੇਖ ਲਓ ਜਾਂ ਤੁਸੀਂ ਅੱਜ ਇਸ ਸੰਘਰਸ਼ ਦੀ ਲਾਈਨ ਦੇ ਵਿੱਚ ਦੇਖ ਲਓ, ਜਿਸ ਵੀ ਅੰਦੋਲਨ ਦੇ ਵਿੱਚ ਜਾਂ ਜਿਸ ਵੀ ਸੰਘਰਸ਼ ਦੇ ਵਿੱਚ ਬੀਬੀਆਂ ਦੀ ਇਨਵੋਲਵਮੈਂਟ ਹੋ ਗਈ, ਉਸ ਸੰਘਰਸ਼ ਨੂੰ ਕੋਈ ਹਰਾ ਨਹੀਂ ਸਕਦਾ। ਤੇ ਇਹ ਅੱਜ ਜਿਸ ਢੰਗ ਨਾਲ ਸਾਡੇ ਹਰਿਆਣੇ ਤੋਂ ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ ਇੱਥੇ ਸ਼ਮੂਲੀਅਤ ਕੀਤੀ ਆ, ਇਹਦੇ ਨਾਲ ਹੋਰ ਬਲ ਮਿਲਿਆ ਇਸ ਸੰਘਰਸ਼ ਨੂੰ ਤੇ ਇਹਦੇ ਨਾਲ ਜਿਹੜਾ ਸੰਘਰਸ਼ ਆ ਹੋਰ ਬੁਲੰਦੀਆਂ ਵੱਲ ਜਾਊਗਾ। ਜਿਹੜੇ ਨੌਜਵਾਨ ਇਸ ਵੇਲੇ ਅਦ੍ਰਿਸ਼ ਹੋਏ ਆ, ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਕਿਹੜੀ ਜੇਲ੍ਹ 'ਚ ਆ ਜਾਂ ਕਿਹੜੀ ਹਵਾਲਾਤ 'ਚ ਆ ਜਾਂ ਕਿੱਥੇ ਗੁੰਮ ਹੋਏ ਆ, ਉਹਨਾਂ ਦੇ ਮਾਪੇ ਇਸ ਵੇਲੇ ਫਿਕਰ ਕਰ ਰਹੇ ਆ। ਜਥੇਬੰਦੀਆਂ ਨੇ ਸਾਂਝਾ ਵਕੀਲ ਵੀ ਕਰ ਦਿੱਤਾ, ਉੱਥੇ ਹੈਲਪਲਾਈਨ ਨੰਬਰ ਵੀ ਦੇ ਦਿੱਤਾ, ਪਰ ਫਿਰ ਵੀ ਲੋਕਾਂ ਵਿੱਚ ਚਿੰਤਾਵਾਂ ਆ। ਤੁਸੀਂ ਗਰਾਊਂਡ ਤੇ ਰਹਿੰਦੇ ਆ, ਤੁਸੀਂ ਪੰਜਾਬ 'ਚ ਤੁਹਾਡੀ ਆਵਾਜ਼ ਸੁਣਦੇ ਜਾਂ ਹਰਿਆਣੇ 'ਚ ਜਾਂ ਯੂਪੀ ਦੇ ਵਿੱਚ ਤੁਹਾਡੀ ਆਵਾਜ਼ ਸੁਣਦੇ ਆ, ਇਸ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਪਰਿਵਾਰਾਂ ਨੂੰ ਕੀ ਧਰਵਾਸਾ ਦੇਣਾ ਚਾਹੁੰਦੇ? ਦੇਖੋ, ਅੱਜ ਹਰ ਜਥੇਬੰਦੀ, ਸਾਡੀਆਂ ਕਿਸਾਨ ਜਥੇਬੰਦੀਆਂ ਵੀ ਜਾਂ ਜਿਹੜੀਆਂ ਸਾਡੇ ਸਮਾਜ ਸੇਵੀ ਸੰਸਥਾਵਾਂ ਵੀ ਉਹ ਇਸ ਪੱਖ ਤੋਂ ਤਿਹਾੜ ਜੇਲ੍ਹ ਦੇ ਵਿੱਚ ਵੀ ਹੋਰ ਜਿੱਥੇ ਵੀ ਸਾਡੇ ਨੌਜਵਾਨ ਜਿਹੜੇ ਬੰਦ ਆ ਉਹਨਾਂ ਨੂੰ ਮਿਲ ਵੀ ਰਿਹਾ, ਮੁਲਾਕਾਤ ਵੀ ਕਰ ਰਿਹਾ, ਉਹਨਾਂ ਦਾ ਕੇਸ ਵੀ ਲੜ ਰਿਹਾ। ਤੇ ਮੈਂ ਪਰਿਵਾਰਾਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਵੀ ਇਹ ਸਮੁੱਚਾ ਜਿਹੜਾ ਪੰਜਾਬ ਆ, ਸਮੁੱਚਾ ਹਰਿਆਣਾ, ਸਮੁੱਚਾ ਜਿਹੜਾ ਦੇਸ਼ ਹੈ ਸੰਘਰਸ਼ ਦੇ ਨਾਲ ਜੁੜਿਆ ਹੋਇਆ, ਉਹ ਸਾਰੇ ਤੁਹਾਡੇ ਨਾਲ ਆ, ਤੁਹਾਡੇ ਮੋਢੇ ਨਾਲ ਮੋਢਾ ਢਾ ਕੇ ਚੱਲਣਗੇ ਤੇ ਇਹਨਾਂ ਨੌਜਵਾਨਾਂ ਨੂੰ ਆਪਾਂ ਜ਼ਰੂਰ ਛੁਡਾ ਕੇ ਲੈ ਕੇ ਆਵਾਂਗੇ। ਤੇ ਮੇਰੀ ਇਸ ਬੀਜੇਪੀ ਦੀ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਲਿਸਟ ਆ, ਦਿੱਲੀ ਦੀ ਪੁਲਿਸ ਜਿਹੜੀ ਆ ਉਹ ਜਨਤਕ ਕਰੇ ਜਿਹੜੇ ਸਾਡੇ ਨੌਜਵਾਨ ਉਹਨਾਂ ਦੇ ਕੋਲ ਆ। ਸਰਦਾਰ ਅਮਰਜੀਤ ਸਿੰਘ ਸੰਧੂ ਘੁੜਕੇ ਤੋਂ, ਜ਼ਿਲ੍ਹਾ ਜਲੰਧਰ ਤੋਂ, ਕਿਸਾਨੀ ਮੁੱਦਿਆਂ ਦੇ ਵਿੱਚ ਇਹਨਾਂ ਨੇ ਜਿੰਨਾ ਆਪਣਾ ਯੋਗਦਾਨ ਪਾਇਆ ਆ ਉਹ ਕਾਬਲੇ ਤਾਰੀਫ ਆ। ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕ ਇਸ ਵੇਲੇ ਗਰਾਊਂਡ ਜ਼ੀਰੋ ਸਿੰਘੂ ਬਾਰਡਰ ਤੋਂ ਕਵਰੇਜ ਦੇਖ ਰਹੇ ਆ ਤੇ ਨਾਲ ਹੀ ਅਪੀਲ ਆ ਕਿ ਕੁੱਛੜ ਚੜੇ ਹੋਏ ਕਹਿ ਸਕਦੇ ਸਰਕਾਰੀ ਮੀਡੀਆ ਨੂੰ ਜੇਕਰ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੇ ਵਿੱਚ ਅਫਵਾਹਾਂ ਫੈਲਣ ਤੋਂ ਰੋਕਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਚੈਨਲ ਦਾ ਪੇਜ ਲਾਈਕ ਕਰੋ। ਨਾਲ ਹੀ ਹੁਣ ਗੱਲ ਕਰਦੇ ਆ ਸਰਦਾਰ ਹਰਨੇਕ ਸਿੰਘ ਨੇਕੀ ਗਰੇਵਾਲ। ਗਰੇਵਾਲ ਸਾਹਿਬ, ਜਿੱਦਾਂ ਕਹਿੰਦੇ ਵੀ ਸਿਆਣੇ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਵੀ ਸ਼ਾਂਤੀ ਰੱਖਣੀ ਆ, ਜਿੱਦਣ ਆਪਾਂ ਕਿਸੇ ਤਰ੍ਹਾਂ ਦੀ ਕੋਈ ਅਸ਼ਾਂਤੀ ਕਰ ਲਈ ਜਾਂ ਹਿੰਸਾ ਕਰ ਲਈ, ਸਾਡਾ ਅੰਦੋਲਨ ਜਿਹੜਾ ਆ ਉਹ ਖਰਾਬ ਹੋ ਜਾਊਗਾ ਜਾਂ ਅਸੀਂ ਹਾਰਾਂਗੇ, ਮੋਦੀ ਜਿੱਤੂਗਾ। ਪਰ ਫਿਰ ਵੀ ਥੋੜੀ ਗਲਤੀ ਤੋਂ ਬਾਅਦ ਇਸ ਵੇਲੇ ਸਾਰੀ ਇਸ ਅੰਦੋਲਨ ਦੀ ਦੇਖਿਆ ਉਹ ਦੁਬਾਰਾ ਸੰਭਲ ਗਈ ਆ। ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਤੋਂ ਕੀ ਆਸ ਕਰਦੇ ਆ ਕਿ ਦੁਬਾਰਾ ਇਹ ਬਜ਼ੁਰਗਾਂ ਦੇ ਕਹੇ ਤੋਂ ਬਾਹਰ ਅਸੀਂ ਨਹੀਂ ਜਾਣਾ ਤੇ ਇਹ ਦੁਬਾਰਾ ਅੰਦੋਲਨ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ? ਪਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਦੇਖੋ ਜੀ ਇਹਨਾਂ ਦੀ ਬੇਨਤੀ ਆ, ਸਟੇਜ ਵਾਲਿਆਂ ਨੂੰ ਬੇਨਤੀ ਆ ਵੀ ਨੌਜਵਾਨਾਂ ਨੂੰ ਮਾੜਾ ਗਦਾਰ ਕਹਿਣਾ ਬੰਦ ਕਰ ਦੇਣਾ। ਲੋਕੀ ਵਾਪਸ ਆਉਣਗੇ ਜੀ ਪੰਜਾਬ 'ਚੋਂ ਬੜੇ ਜਣੇ ਲੋਕੀ, ਨੌਜਵਾਨਾਂ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਹਨਾਂ ਤੋਂ। ਇਹ ਸ਼ਰੇਆਮ ਹੀ ਕਹਿ ਰਹੇ ਜੀ ਗਦਾਰ ਆ ਜੀ, ਫਲਾਨਾ, ਜੋ ਹੋ ਗਿਆ ਉਹਨੂੰ ਛੱਡ ਦਿਓ ਜੀ, ਉਹ ਪਿੰਡ ਜਾ ਕੇ ਕਰੀ ਜਾਣ, ਜਾ ਕੇ ਪੰਜਾਬ ਜਾ ਕੇ ਜੋ ਮਰਜ਼ੀ ਕਰ ਲੈਣ। ਪਰ ਇਹਨਾਂ ਦੇ ਵਿੱਚ ਜਿਹੜੇ ਗਦਾਰ ਵਾਲੇ ਉਹ ਪਾਉਂਦੇ, ਜਿਹੜੇ ਜੂਨੀਅਰ ਪ੍ਰਧਾਨਾਂ ਨੂੰ ਕਹਿ ਰਹੇ ਅਸੀਂ ਮਿਹਨਤਾਂ ਕਰ ਰਹੇ ਜਾ ਕੇ ਵੀ ਇਹ ਕੰਮ ਨਾ ਕਰੋ ਜੀ, ਪਰ ਉਹ ਹਟਦੇ ਹੀ ਨਹੀਂ ਹੈਗੇ ਜੀ, ਉਹ ਲੜਾਈ ਕਰਾ ਰਹੇ ਆ ਜੀ। ਹੁਣ ਹਰਿਆਣੇ ਵਾਲੇ ਆਏ ਆ ਭਾਈ, ਦੇਖੋ ਤਾਂ ਕਿੰਨਾ ਜੀ ਇੱਥੇ ਰਸ਼ ਪਿਆ ਜੀ, ਕੀ ਆ ਜੀ ਬਸ ਜਥੇਬੰਦੀਆਂ ਨੂੰ ਹੁਣ ਪਿਛਲੀ ਗੱਲ ਭੁੱਲ ਕੇ ਅੱਗੇ ਚੱਲਣਾ। ਅਸੀਂ ਤਾਂ ਬੇਨਤੀ ਕਰਦੇ ਜਿਨ੍ਹਾਂ ਦੇ ਚਰਨਾਂ 'ਚ ਜਥੇਬੰਦੀਆਂ ਦੇ ਵੀ ਰੱਬ ਦਾ ਵਾਸਤਾ ਤੁਸੀਂ ਇਹਨਾਂ ਨੂੰ ਸੰਘਰਸ਼ ਨੂੰ ਕਾਮਯਾਬ ਕਰਨਾ, ਨਾ ਕਿ ਫੇਲ ਕਰਨਾ। ਗਰੇਵਾਲ ਸਾਹਿਬ, ਕਿਸਾਨਾਂ ਤੇ ਤਾਂ ਜਿਹੜਾ ਤਸ਼ੱਦਦ ਹੋਣਾ ਸੀਗਾ ਪਿਛਲੇ 2-3 ਦਿਨ ਦੇ ਵਿੱਚ, ਪੱਤਰਕਾਰ ਭਾਈਚਾਰੇ ਦੇ ਨਾਲ ਵੀ ਬੜੇ ਕੇਸ ਦਰਜ ਕੀਤੇ ਗਏ ਆ। ਮੁੰਡਾ ਪੂਨੀਆ ਸੀਗਾ, ਉਹਨੂੰ ਵੀ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ। ਹੋਰ ਵੀ ਪੱਤਰਕਾਰਾਂ ਤੇ ਤਸ਼ੱਦਦ ਕੀਤੇ ਗਏ। ਇਹ ਸਰਕਾਰ ਦਾ ਜਿਹੜਾ ਇਦਾਂ ਦਾ ਰਵੱਈਆ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਹੈ?
ਇਹ ਹੁਣ ਸਰਕਾਰ ਦਾ ਅੰਤ ਆ ਚੁੱਕਾ ਜੀ, ਜਾਂ ਮੀਡੀਆ ਤੇ ਹੋਣ ਲੱਗ ਪਿਆ, ਹੋਰ ਜ਼ਿਮੀਂਦਾਰਾਂ ਤੇ ਹੋਣ ਲੱਗ ਪਿਆ, ਹਰੇਕ ਬੰਦੇ ਤੇ ਹੋਣ ਲੱਗ ਪਿਆ। ਇਹਦੇ ਕਰਕੇ ਇਹਦਾ ਅੰਤ ਆ ਗਿਆ ਜੀ ਸਰਕਾਰ ਦਾ। ਬਸ ਹੁਣ ਇਹਦਾ ਬੇੜਾ ਗਰਕ ਹੋਊਗਾ ਜੀ ਮੋਦੀ ਦਾ, ਬਸ ਹੋਰ ਕੁਝ ਨਹੀਂ ਹੋਊਗਾ ਜੀ। ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕ ਇਸ ਵੇਲੇ ਸਿੰਘੂ ਬਾਰਡਰ ਤੋਂ ਇਹ ਕਵਰੇਜ ਦੇਖ ਰਹੇ ਆ ਤੇ ਨਾਲ ਹੀ ਹਰਨੇਕ ਸਿੰਘ ਨੇਕੀ ਗਰੇਵਾਲ ਨੇ ਦੱਸਿਆ ਕਿ ਸਰਕਾਰ ਜਿਹੜੀ ਇਸ ਵੇਲੇ ਆਪਣੇ ਰਾਜਕਾਲ ਦੇ ਅੰਤਮ ਦੌਰ ਵੱਲ ਨੂੰ ਜਾ ਰਹੀ ਆ, ਇਸੇ ਕਰਕੇ ਮੀਡੀਆ ਤੇ ਜਾਂ ਕਿਸਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਗੁਰਨਾਮ ਸਿੰਘ ਬਿਲਗਾ, ਸਿੰਘੂ ਬਾਰਡਰ, ਦਿੱਲੀ ਤੋਂ।